ਪੰਜਾਬ ਦੇ ਵਿੱਚ ਲੰਮੇ ਸਮੇਂ ਤੋਂ ਵਾਪਰ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਨੇ ਬਹੁਤ ਸਾਰੇ ਸਵਾਲ ਖੜੇ ਕੀਤੇ ਨੇ। 2015 ਤੋਂ ਸਿਲਸਿਲਾ ਸ਼ੁਰੂ ਹੋਇਆ ਤੇ ਹੁਣ ਤੱਕ ਲਗਾਤਾਰ ਬੇਅਦਬੀਆਂ ਹੋਈਆਂ। ਢਿੱਲੀ ਕਾਰਗੁਜ਼ਾਰੀ ਦੇ ਕਰਕੇ ਸਮੇਂ-ਸਮੇਂ ਦੀਆਂ ਸਰਕਾਰਾਂ ਤੇ ਸਵਾਲ ਖੜੇ ਹੁੰਦੇ ਰਹੇ। ਜਿਹੜੀ ਸਰਕਾਰ ਨੂੰ, ਜਿਹੜੀ ਪਾਰਟੀ ਨੂੰ ਸਭ ਤੋਂ ਵੱਧ ਇਸ ਗੱਲ ਦਾ ਡੈਂਟ ਵੱਜਿਆ ਉਹ ਸ਼੍ਰੋਮਣੀ ਅਕਾਲੀ ਦਲ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੁਣ ਸੁਖਬੀਰ ਸਿੰਘ ਬਾਦਲ ਮੌਜੂਦਾ ਸੱਤਾ ਧਿਰ ਤੇ ਸਵਾਲ ਖੜੇ ਕਰਦੇ ਨਜ਼ਰ ਆ ਰਹੇ ਨੇ। ਉਹਨਾਂ ਨੇ ਇੱਕ ਲੰਮੀ ਚੌੜੀ ਪੋਸਟ ਲਿਖੀ ਹੈ। ਉਹਨਾਂ ਨੇ ਆਪਣੇ ਬਿਆਨ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਮੰਤਰੀਆਂ, ਮੁੱਖ ਮੰਤਰੀ ਭਗਵੰਤ ਮਾਨ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕਰ ਦਿੱਤੇ ਨੇ। ਬੀਤੇ ਦਿਨੀ ਗੁਰਦਾਸਪੁਰ ਸਾਹਿਬ ਦੇ ਇੱਕ ਪਿੰਡ ਦੇ ਵਿੱਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ, ਜਿਸ ਦੇ ਵਿੱਚ ਅੰਗ ਪਾੜ ਕੇ ਸੁੱਟ ਦਿੱਤੇ ਗਏ ਔਰ ਤਸਵੀਰ ਵੀ ਇੱਕ ਦੇਖੀ ਗਈ ਸੀ, ਨਜ਼ਰ ਆਈ ਸੀ, ਜਿਸ ਵਿੱਚ ਲੱਗਦਾ ਸੀ ਕਿ ਗਿਣੀ ਮਿੱਥੀ ਚਾਲ ਦੇ ਤਹਿਤ ਹੀ ਇਹ ਅੰਗ ਪਾੜੇ ਗਏ ਨੇ। ਤਾਂ ਹੁਣ ਤੁਸੀਂ ਦੇਖ ਸਕਦੇ ਹੋ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਪੋਸਟ ਲਿਖ ਰਹੇ ਨੇ, ਉਹਨਾਂ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਘੋਰ ਬੇਅਦਬੀ ਦੀਆਂ ਅਤਿਅੰਤ ਦੁਖਦਾਈ ਘਟਨਾਵਾਂ ਪੰਜਾਬ ਵਿੱਚ ਇੱਕ ਤੋਂ ਬਾਅਦ ਇੱਕ ਕਰਕੇ ਆਏ ਦਿਨ ਹੋ ਰਹੀਆਂ ਨੇ। ਬੇਅਦਬੀ ਦੀਆਂ ਲਗਾਤਾਰ ਵਧ ਰਹੀਆਂ ਘਟਨਾਵਾਂ ਦੀ ਕੜੀ ਵਿੱਚ ਲਗਭਗ 2 ਹਫ਼ਤੇ ਪਹਿਲਾਂ ਗੁਰਦਾਸਪੁਰ ਜ਼ਿਲ੍ਹੇ ਵਿੱਚ ਦੀਨਾਨਗਰ ਦੇ ਪਿੰਡ ਬਹਿਰਾਮਪੁਰ ਦੇ ਗੁਰੂ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਲੀਰੋ ਲੀਰ ਕਰਕੇ ਸੁੱਟੇ ਗਏ। ਇਹ ਸੋਚ ਕੇ ਕਿ ਸਰਕਾਰ ਅਤੇ ਹੋਰ ਜਥੇਬੰਦੀਆਂ ਨੂੰ ਇਸ ਬਾਰੇ ਕੁਝ ਕਰਨ ਲਈ ਥੋੜਾ ਸਮਾਂ ਲੱਗ ਸਕਦਾ ਹੈ, ਮੈਂ ਕਿਸੇ ਦੀ ਕੋਈ ਨੁਕਤਾਚੀਨੀ ਨਹੀਂ ਕੀਤੀ। ਸਿਰਫ ਇਸ ਘਟਨਾ ਉੱਤੇ ਆਪਣੇ ਮਨ ਦੀ ਤਕਲੀਫ ਪ੍ਰਗਟਾਉਣ ਤੋਂ ਸਿਵਾਏ ਕੁਝ ਨਹੀਂ ਕਿਹਾ। ਪਰ 2 ਹਫ਼ਤਿਆਂ ਬਾਅਦ ਵੀ ਸਰਕਾਰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਨਾ ਦੋਸ਼ੀ ਫੜੇ ਗਏ ਨੇ ਤੇ ਨਾ ਹੀ ਮੁੱਖ ਮੰਤਰੀ ਜਾਂ ਉਹਨਾਂ ਦੇ ਕਿਸੇ ਵਜ਼ੀਰ ਜਾਂ ਆਪਣੇ ਆਪ ਨੂੰ ਪੰਥਕ ਦੱਸਣ ਵਾਲੇ ਸਪੀਕਰ ਸਾਹਿਬ ਨੇ ਹੀ ਅੱਖਰ ਬੋਲਣ ਬਾਰੇ ਵੀ ਆਪਣਾ ਮੂੰਹ ਨਾ ਖੋਲ੍ਹਿਆ। ਸਰਕਾਰੀ ਮਾਇਆ ਤੇ ਸਰਕਾਰੀ ਸ਼ੈ ਉੱਤੇ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਖੜੀਆਂ ਕੀਤੀਆਂ ਗਈਆਂ ਅਖੌਤੀ ਪੰਥਕ ਜਥੇਬੰਦੀਆਂ ਜਾਂ ਧਾਰਮਿਕ ਸ਼ਖਸੀਅਤਾਂ ਵੀ ਆਪਣੀ ਆਕਾ ਸਰਕਾਰ ਦੀ ਨਾ ਕਾਰਗੁਜ਼ਾਰੀ ਉੱਤੇ ਸਿਰਫ ਸਾਜ਼ਿਸ਼ੀ ਚੁੱਪ ਧਾਰੀ ਬੈਠੇ ਨੇ। ਅੱਜ ਕੱਲ੍ਹ ਨਾ ਸਿਰਫ ਇਹਨਾਂ ਨੂੰ ਕੋਈ ਬੇਅਦਬੀ ਨਜ਼ਰ ਆ ਰਹੀ ਹੈ, ਨਾ ਉਸ ਬਾਰੇ ਇਹਨਾਂ ਨੂੰ ਕੁਝ ਸੁਣਾਈ ਦੇ ਰਿਹਾ ਹੈ ਤੇ ਨਾ ਹੀ ਇਹ ਬੇਅਦਬੀ ਬਾਰੇ ਕੁਝ ਬੋਲਣ ਲਈ ਤਿਆਰ ਨੇ। ਹੁਣ ਦਰਦਨਾਕ ਬੇਅਦਬੀ ਦੀਆਂ ਘਟਨਾਵਾਂ ਵਿਰੁੱਧ ਕੋਈ ਬਰਗਾੜੀ ਮੋਰਚਾ ਨਹੀਂ ਲੱਗ ਰਿਹਾ ਤੇ ਨਾ ਹੀ ਇਹਨਾਂ ਨੂੰ ਆਪਣੇ ਬਾਪ ਦੀ ਪੱਗ ਉਛਾਲੀ ਜਾਂਦੀ ਨਜ਼ਰ ਆ ਰਹੀ ਹੈ ਕਿ ਜਿਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਦੁਖਦਾਈ ਘਟਨਾ ਅਕਾਲੀ ਸਰਕਾਰ ਦੌਰਾਨ ਇੱਕ ਸਾਜ਼ਿਸ਼ ਅਧੀਨ ਕਰਵਾਈ ਗਈ ਸੀ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਹੋਰ ਸਨ ਤੇ ਜਿਸ ਗੁਰੂ ਦੀ ਬੇਅਦਬੀ ਹੁਣ ਆਏ ਦਿਨ ਕੀਤੀ ਜਾ ਰਹੀ ਹੈ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਈ ਹੋਰ ਹਨ। ਇਹ ਸਵਾਲੀਆ ਨਿਸ਼ਾਨ ਖੜਾ ਕੀਤਾ ਸੁਖਬੀਰ ਸਿੰਘ ਬਾਦਲ ਨੇ। ਨਾ ਤਾਂ ਹੁਣ ਕੋਈ ਆਮ ਆਦਮੀ ਪਾਰਟੀ ਦੀ ਮੌਜੂਦਾ ਸਰਕਾਰ ਖਿਲਾਫ ਬੋਲ ਰਿਹਾ ਹੈ, ਨਾ ਹੀ ਕਾਂਗਰਸ ਇਸ ਤੇ ਕੁਝ ਬੋਲ ਰਹੀ ਹੈ, ਜਿਨ੍ਹਾਂ ਨੇ ਅਕਾਲੀ ਸਰਕਾਰ ਦੌਰਾਨ ਇੱਕ ਘਟਨਾ ਉੱਤੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਤੱਕ ਬੁਲਾ ਲਿਆ ਸੀ। ਇਹਨਾਂ ਸਿੱਖ ਵਿਰੋਧੀ ਪਾਰਟੀਆਂ ਦੀ ਸ਼ਹਿ ਉੱਤੇ ਹੀ ਪੰਥਕ ਸਰਕਾਰ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਕੇ ਕੌਮ ਨੂੰ ਨੇਤਾਹੀਨ ਕਰਨ ਦੀ ਜੋ ਸਾਜ਼ਿਸ਼ ਰਚੀ ਗਈ ਸੀ, ਉਸ ਦਾ ਮੁੱਲ ਖਰੀਦਿਆ ਮੋਹਰਾਂ ਬਣ ਕੇ ਕੁਝ ਸਿਰਕੱਢ ਪੰਥਕ ਜਥੇਬੰਦੀਆਂ ਤੇ ਆਗੂਆਂ ਵੱਲੋਂ ਸੂਬੇ ਵਿੱਚ ਅਕਾਲੀ ਸਰਕਾਰ ਵਿਰੁੱਧ ਤੂਫਾਨ ਖੜਾ ਕਰ ਦਿੱਤਾ ਗਿਆ ਸੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਾਫੀ ਲੰਮੇ ਸਮੇਂ ਬਾਅਦ ਵਿਸਥਾਰ ਦੇ ਨਾਲ ਇਸ ਮਸਲੇ ਤੇ ਗੱਲਬਾਤ ਕਰਦੇ ਦਿਖਾਈ ਦੇ ਰਹੇ ਨੇ। ਉਹਨਾਂ ਨੇ ਉਹ 2015 ਦੀਆਂ ਘਟਨਾਵਾਂ ਦੇ ਹਵਾਲੇ ਵੀ ਦਿੱਤੇ ਕਿ ਕਿਵੇਂ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕੀਤਾ ਗਿਆ, ਤੂਫਾਨ ਖੜਾ ਕੀਤਾ ਗਿਆ, ਲੀਡਰਲੈਸ ਕਰਨ ਦੀ ਕੋਸ਼ਿਸ਼ ਕੀਤੀ ਗਈ। ਪਰ ਹੁਣ ਉਹ ਪਾਰਟੀਆਂ ਕਿੱਥੇ ਨੇ? ਉਹਨਾਂ ਨੇ ਕਈਆਂ ਨੂੰ ਅਖੌਤੀ ਜਥੇਬੰਦੀਆਂ ਵੀ ਪੰਥਕ ਕਹਿ ਦਿੱਤਾ ਹੈ ਕਿ ਉਹ ਹੁਣ ਕਿੱਥੇ ਨੇ? ਉਹ ਆਪਣੇ ਆਕਾਵਾਂ ਨੂੰ ਕੀ ਖੁਸ਼ ਕਰਨ 'ਚ ਲੱਗੀਆਂ ਨੇ? ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤਦੇ ਉਹ ਨਜ਼ਰ ਆ ਰਹੇ ਨੇ। ਉਹਨਾਂ ਨੇ ਅੱਗੇ ਵੀ ਕਿਹਾ ਕਿ ਅੱਜ ਉਹ ਪੰਥ ਦਰਦੀ ਹੁਣ ਆਪਣੇ ਮੂੰਹ 'ਚ ਘੁੰਗਣੀਆਂ ਪਾ ਕੇ ਕਿਉਂ ਬੈਠੇ ਨੇ? ਇਸ ਬਾਰੇ ਖਾਲਸਾ ਪੰਥ ਨੂੰ ਖੁਦ ਸੋਚਣਾ ਪਵੇਗਾ, ਨਹੀਂ ਤਾਂ ਖਾਲਸਾ ਪੰਥ ਨੂੰ ਖੇਰੂ ਕਰਨ ਦੀਆਂ ਇਹਨਾਂ ਸਾਜ਼ਿਸ਼ਾਂ ਨੂੰ ਫੇਲ ਕਰਨ 'ਚ ਬਹੁਤ ਦੇਰ ਹੋ ਚੁੱਕੀ ਹੋਵੇਗੀ ਤੇ ਕੌਮ ਬਾਅਦ ਵਿੱਚ ਸਿਰਫ ਪਛਤਾਵਾ ਹੀ ਕਰ ਸਕੇਗੀ। ਸਿੱਖ ਵਿਰੋਧੀ ਤਾਕਤਾਂ ਦੀਆਂ ਸਾਜ਼ਿਸ਼ਾਂ ਦੇ ਬੁਲਾਰੇ ਬਣ ਕੇ ਅਕਾਲੀ ਦਲ ਅਤੇ ਪੰਥਕ ਸਰਕਾਰ ਨੂੰ ਬਦਨਾਮ ਕਰਨ ਵਿੱਚ ਦਿਨ ਰਾਤ ਰੁੱਝੇ ਹੋਏ ਕੁਝ ਅਨਸਰ ਅੱਜ ਅਖੌਤੀ ਬੁੱਧੀਜੀਵੀ ਅਤੇ ਪੱਤਰਕਾਰ ਬਣ ਕੇ ਵਿਚਰ ਰਹੇ ਨੇ। ਇਹਨਾਂ ਅਖੌਤੀ ਸਿੱਖ ਚਿੰਤਕਾਂ ਤੇ ਇਤਿਹਾਸਕਾਰਾਂ ਨੂੰ ਵੀ ਇੱਕ ਦਿਨ ਕੌਮ ਸਾਹਮਣੇ ਜਵਾਬ ਦੇਣਾ ਹੀ ਪਵੇਗਾ ਕਿ ਹੁਣ ਬੇਅਦਬੀ ਦੀਆਂ ਘਟਨਾਵਾਂ ਤੇ ਉਹਨਾਂ ਦੇ ਮਨਾਂ ਅੰਦਰ ਉਹ ਦਰਦ ਕਿਉਂ ਨਹੀਂ ਉੱਠ ਰਿਹਾ ਜੋ ਅਕਾਲੀ ਸਰਕਾਰ ਦੌਰਾਨ ਹੋਈ ਇੱਕ ਘਟਨਾ ਉੱਤੇ ਉੱਠਿਆ ਸੀ। ਇਹਨਾਂ ਦਰਦਨਾਕ ਘਟਨਾਵਾਂ ਉੱਤੇ ਤਾਂ ਮੌਜੂਦਾ ਸਰਕਾਰ ਦੇ ਉਹ ਸਾਰੇ ਆਗੂ ਨੀਂਦ ਵਿੱਚ ਸੁੱਤੇ ਪਏ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੌਰਾਨ ਹੋਈ ਇੱਕ ਘਟਨਾ ਬਾਰੇ ਦਿਨ ਰਾਤ ਇਹ ਦੁਹਾਈ ਦਿੰਦੇ ਨਹੀਂ ਥੱਕਦੇ ਸਨ ਕਿ ਗੁਰੂ ਦਾ ਨਿਰਾਦਰ ਉਹਨਾਂ ਨੂੰ ਇਵੇਂ ਮਹਿਸੂਸ ਹੋ ਰਿਹਾ ਹੈ ਜਿਵੇਂ ਉਹਨਾਂ ਦੇ ਬਾਪ ਦੇ ਪੱਗ ਲਾ ਦਿੱਤੀ ਗਈ ਹੋਵੇ। ਹੁਣ ਸੁਖਬੀਰ ਸਿੰਘ ਬਾਦਲ ਇੱਥੇ ਆਪਣੀਆਂ ਭਾਵਨਾਵਾਂ ਨੂੰ ਵਿਅਕਤ ਪੇਸ਼ ਕਰਦਿਆਂ ਕਈ ਗੱਲਾਂ ਕਹਿ ਚੁੱਕੇ ਨੇ, ਕਈ ਗੱਲਾਂ ਕਰ ਰਹੇ ਨੇ। ਉਹਨਾਂ ਨੇ ਇੱਥੋਂ ਤੱਕ ਕਿ ਚਾਹੇ ਉਹ ਕੋਈ ਪੱਤਰਕਾਰ ਦੇ ਰੂਪ ਵਿੱਚ ਗੱਲ ਕਰ ਰਿਹਾ ਸੀ ਉਦੋਂ,
ਜਾਂ ਫਿਰ ਹੁਣ ਉਹ ਕੀ ਭੂਮਿਕਾ ਨਿਭਾ ਰਿਹਾ, ਇਸ ਦੇ ਉੱਤੇ ਵੀ ਉਹ ਸਵਾਲੀਆ ਨਿਸ਼ਾਨ ਖੜਾ ਕਰ ਰਹੇ ਨੇ। ਉਹਨਾਂ ਨੇ ਕਿਹਾ ਕਿ ਸਾਡੇ ਰਾਜ ਦੇ ਵਿੱਚ ਹੋਈ ਬੇਅਦਬੀ ਦੀ ਘਟਨਾ ਨੂੰ ਇਸ ਤਰ੍ਹਾਂ ਲਿਆ ਗਿਆ ਕਿ ਸਾਡੇ ਬਾਪ ਦੀ ਪੱਗ ਲੈ ਗਈ, ਪਰ ਹੁਣ ਉਹ ਬਾਪ ਦੀ ਪੱਗ ਦਾ ਖਿਆਲ ਕਿਉਂ ਨਹੀਂ ਰੱਖਿਆ ਜਾ ਰਿਹਾ। ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਇਹਨਾਂ ਗੱਲਾਂ ਦੇ ਨਾਲ ਤੁਸੀਂ ਕਿੰਨੀ ਕੁ ਸਹਿਮਤੀ ਰੱਖਦੇ ਹੋ ਕਿ ਵਾਕਿਆ ਹੀ ਇਹਨਾਂ ਦਾ ਜਿਹੜਾ ਇਹ ਦਰਦ ਹੈ ਛਲਕ ਰਿਹਾ ਹੈ, ਇਹ ਬਿਲਕੁਲ ਠੀਕ ਹੈ, ਇਸੇ ਤਰ੍ਹਾਂ ਹੀ ਹੋ ਰਿਹਾ? ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਉਸ ਢੰਗ ਨਾਲ ਨਹੀਂ ਪੁੱਛਿਆ ਜਾ ਰਿਹਾ ਜਿਵੇਂ ਸ਼੍ਰੋਮਣੀ ਅਕਾਲੀ ਦਲ ਵੇਲੇ ਪੁੱਛਿਆ ਗਿਆ। ਹੁਣ ਇਸ ਗੱਲ ਦਾ ਫੈਸਲਾ ਤਾਂ ਲੋਕਾਂ ਨੇ ਕਰਨਾ, ਸੰਗਤ ਨੇ ਕਰਨਾ, ਪਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਗੱਲ ਇੱਥੇ ਖਤਮ ਨਹੀਂ ਹੁੰਦੀ। ਉਹਨਾਂ ਨੇ ਅੱਗੇ ਵੀ ਕਿਹਾ, ਉਹਨਾਂ ਨੇ ਵੀ ਕਿਹਾ ਕਿ ਜਥੇਬੰਦੀਆਂ ਅੰਦਰ ਕੌਮ ਦੇ ਅਪਮਾਨ ਦਾ ਅਹਿਸਾਸ ਅਚਾਨਕ ਕਿਉਂ ਸੌਂ ਗਿਆ। ਇਹ ਸਾਰਾ ਵਰਤਾਰਾ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪਿਛਲੀ ਕਾਂਗਰਸ ਸਰਕਾਰ ਦੌਰਾਨ ਵੀ ਚੱਲਦਾ ਰਿਹਾ, ਚੰਨੀ ਸਰਕਾਰ ਦੌਰਾਨ ਵੀ, ਤੇ ਹੁਣ ਸਰਦਾਰ ਭਗਵੰਤ ਸਿੰਘ ਮਾਨ ਦੀ ਆਪ ਸਰਕਾਰ ਦੌਰਾਨ ਵੀ ਨਿਰੰਤਰ ਜਾਰੀ ਹੈ। ਪਰ ਪੰਥਕ ਸਰਕਾਰ ਨੂੰ ਢਾਉਣ ਦਾ ਆਪਣਾ ਟੀਚਾ ਹਾਸਲ ਕਰਨ ਤੋਂ ਬਾਅਦ ਹੁਣ ਨਾ ਤਾਂ ਮੌਜੂਦਾ ਸਰਕਾਰ, ਨਾ ਹੀ ਕੋਈ ਸਿਆਸੀ ਪਾਰਟੀ ਤੇ ਨਾ ਹੀ ਕੋਈ ਅਖੌਤੀ ਸਿੱਖ ਜਥੇਬੰਦੀਆਂ ਤੇ ਸਿੱਖ ਧਾਰਮਿਕ ਸ਼ਖਸੀਅਤਾਂ ਨੂੰ ਕਿਸੇ ਤਰ੍ਹਾਂ ਦਾ ਦਰਦ ਮਹਿਸੂਸ ਹੋ ਰਿਹਾ ਹੈ, ਜਿਵੇਂ ਅਕਾਲੀ ਸਰਕਾਰ ਦੌਰਾਨ ਹੋਈ ਇੱਕ ਘਟਨਾ ਉੱਤੇ ਹੋਇਆ ਸੀ। ਕਿਉਂਕਿ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿੱਚ ਇਹਨਾਂ ਨੂੰ ਆਪਣੇ ਬਾਪ ਦੀ ਪੱਗ ਉਛਾਲਦੀ ਨਜ਼ਰ ਨਹੀਂ ਆ ਰਹੀ। ਮੁੱਖ ਮੰਤਰੀ ਸਾਹਿਬ ਨੂੰ ਬੇਅਦਬੀ ਦੀਆਂ ਇਹਨਾਂ ਘਟਨਾਵਾਂ ਦਾ ਇੰਨਾ ਸਦਮਾ ਲੱਗ ਰਿਹਾ ਹੈ ਕਿ ਉਹ ਜਨਤਕ ਸਟੇਜਾਂ ਤੋਂ ਮਸਖਰਾ ਬਣ ਕੇ ਚੁਟਕਲਿਆਂ ਦੀਆਂ ਬਰਸਾਤ ਲਾਉਣ ਵਿੱਚ ਮਗਨ ਹਨ ਤੇ ਦਸ਼ਮੇਸ਼ ਪਿਤਾ ਵੱਲੋਂ ਬਖਸ਼ੇ ਕੇਸਾਂ ਅਤੇ ਦਾੜਾ ਸਾਹਿਬ ਦੀ ਜਨਤਕ ਤੌਰ ਤੇ ਖਿੱਲੀ ਉਡਾਉਣ ਵਿੱਚ ਫਖਰ ਮਹਿਸੂਸ ਕਰ ਰਹੇ ਹਨ। ਅਖੌਤੀ ਸਿੱਖ ਜਥੇਬੰਦੀਆਂ, ਧਾਰਮਿਕ ਸਿੱਖ ਸ਼ਖਸੀਅਤਾਂ ਤੇ ਬੁੱਧੀਜੀਵੀ ਜਿਨ੍ਹਾਂ ਨੂੰ ਅਕਾਲੀ ਸਰਕਾਰ ਸਮੇਂ ਬੇਅਦਬੀ ਦੀ ਇੱਕ ਘਟਨਾ ਕਰਕੇ ਬਾਪ ਦੀ ਪੱਗ ਲੱਥਣ ਉੱਤੇ ਨੀਂਦ ਨਹੀਂ ਸੀ ਆਉਂਦੀ, ਹੁਣ ਇਹ ਸਭ ਕਿਉਂ ਸੁੱਤੇ ਪਏ ਹਨ? ਉਹਨਾਂ ਨੂੰ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਨਾ ਹੀ ਦਸ਼ਮੇਸ਼ ਪਿਤਾ ਦੀ ਬਖਸ਼ਿਸ਼ ਕੇਸਾਂ ਦੇ ਅਪਮਾਨ ਵਿੱਚ ਕੁਝ ਗਲਤ ਲੱਗ ਰਿਹਾ ਹੈ। ਹੁਣ ਇਸ ਸਭ ਕੁਝ ਵਿੱਚ ਇਹਨਾਂ ਨੂੰ ਆਪਣੇ ਬਾਪ ਦੀ ਪੱਗ ਲੱਥਣ ਉੱਤੇ ਕੋਈ ਇਤਰਾਜ਼ ਕਿਉਂ ਨਹੀਂ ਹੈ? ਖਾਲਸਾ ਪੰਥ ਇਹ ਨਿਰਣਾ ਖੁਦ ਕਰੇ। ਨਾਲ ਹੀ ਸੁਖਬੀਰ ਸਿੰਘ ਬਾਦਲ ਨੇ ਉਹ ਗੁਰਦਾਸਪੁਰ ਵਾਲੀ ਇੱਕ ਬੇਅਦਬੀ ਦੀ ਘਟਨਾ ਦੀ ਤਸਵੀਰ ਵੀ ਸਾਂਝੀ ਕੀਤੀ। ਇਹ ਸਾਰੀਆਂ ਗੱਲਾਂ ਕੀਤੀਆਂ। ਉਹਨਾਂ ਨੇ ਵਾਰ-ਵਾਰ ਇਹ ਕਿਹਾ ਬਾਪ ਦੀ ਪੱਗ ਉਛਾਲਣ ਵਾਲੀ ਗੱਲ, ਕਿ ਉਦੋਂ ਜੇਕਰ ਬਾਪ ਦੀ ਪੱਗ ਦਾ ਫਿਕਰ ਸੀ ਤੇ ਅੱਜ ਕਿਉਂ ਨਹੀਂ ਹੈ? ਇਹ ਗੱਲਾਂ ਕੀਤੀਆਂ ਗਈਆਂ ਸੁਖਬੀਰ ਸਿੰਘ ਬਾਦਲ ਕਿ ਆਪਣੇ ਉਸ ਸਰਕਾਰ ਦੇ ਦੌਰਾਨ ਹੋਈ ਬੇਅਦਬੀ ਨੂੰ ਮੌਕੇ ਦੇ ਉੱਤੇ ਨਾ ਸਾਂਭਣ ਕਰਕੇ ਜੋ ਖਮਿਆਜਾ ਹੁਣ ਤੱਕ ਭੁਗਤ ਚੁੱਕੇ ਨੇ, ਇਸ ਕਰਕੇ ਦਰਦ ਬਾਹਰ ਆਇਆ, ਜਾਂ ਵਾਕਈ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਇਹ ਜਿਹੜਾ ਇੱਕ ਇਤਰਾਜ਼ ਹੈ ਜਾਂ ਫਿਰ ਇਹ ਕਹਿ ਲਈਏ ਇੱਕ ਰੋਸ ਹੈ, ਉਹ ਬਿਲਕੁਲ ਜਾਇਜ਼ ਬਣਦਾ ਹੈ। ਇਸ ਬਾਰੇ ਤੁਸੀਂ ਕੀ ਸੋਚਦੇ ਹੋ? ਆਪਣੇ ਸੁਝਾਅ, ਆਪਣੀ ਰਾਏ ਜ਼ਰੂਰ ਸਾਂਝੀ ਕਰਿਓ। ਪਰ ਫਿਲਹਾਲ ਸੁਖਬੀਰ ਸਿੰਘ ਬਾਦਲ ਨੇ ਇਹਨਾਂ ਸਾਰੀਆਂ ਗੱਲਾਂ ਨੂੰ ਆਪਣੇ ਮਨ ਦੇ ਵਿਚਾਰ ਸਾਂਝੇ ਕਰ ਦਿੱਤੇ ਨੇ ਇੱਕ ਪੋਸਟ ਦੇ ਜ਼ਰੀਏ, ਕਿ ਹੁਣ ਉਹ ਸਾਰੇ ਕਿੱਥੇ ਨੇ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਹੋਈ ਬੇਅਦਬੀ ਵੇਲੇ ਬੋਲਦੇ ਸੀ, ਪਰ ਹੁਣ ਨਹੀਂ ਬੋਲਦੇ। ਪਰ ਇੱਥੇ ਸਾਰੇ ਸ਼ਬਦਾਂ ਦੇ ਵਿੱਚ ਤਾਂ ਤੁਹਾਡੇ ਨਾਲ ਹੂ-ਬਹੂ ਸਾਰੀ ਸ਼ਬਦਾਵਲੀ ਸਾਂਝੀ ਕੀਤੀ ਹੈ, ਪਰ ਇੱਥੇ ਧਿਆਨ ਦੇਣਾ ਇਹ ਬਣਦਾ ਹੈ ਕਿ ਬਿਲਕੁਲ ਸਰਕਾਰ ਕੋਈ ਵੀ ਹੋਵੇ, ਹਰੇਕ ਵਾਰੀ ਸਵਾਲ ਹੋਣਾ ਚਾਹੀਦਾ, ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਹਿਣ ਦੀ ਜ਼ਰੂਰਤ ਹੋਣੀ ਚਾਹੀਦੀ ਹੈ। ਪਰ ਸੁਖਬੀਰ ਸਿੰਘ ਬਾਦਲ ਨੇ ਇਹਨਾਂ ਸਾਰੇ ਸ਼ਬਦਾਂ ਦੇ ਵਿੱਚ ਇੱਕ ਵਾਰੀ ਵੀ ਇਹ ਮੰਨਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਸਾਡੀ ਵਾਕਈ ਉਹ ਭੁੱਲ ਸੀ, ਵਾਕਈ ਉਹ ਬਹੁਤ ਵੱਡੀ ਗੁਨਾਹ ਸੀ ਜਾਂ ਗਲਤੀ ਸੀ। ਹਾਲਾਂਕਿ ਸਮੇਂ-ਸਮੇਂ ਤੇ ਗੋਲ ਤਰੀਕੇ ਨਾਲ ਇਹ ਤਾਂ ਕਿਹਾ ਜਾਂਦਾ ਰਿਹਾ ਕਿ ਤਨਖਾਹ ਵੀ ਲਵਾਈ ਗਈ, ਔਰ ਇਹ ਵੀ ਕਿਹਾ ਜਾਂਦਾ ਰਿਹਾ ਉਹਨਾਂ ਨੇ ਉੱਥੇ ਜਾ ਕੇ ਜੁੱਤਿਆਂ ਦੀ ਸੇਵਾ ਵੀ ਕੀਤੀ, ਦਰਬਾਰ ਸਾਹਿਬ ਉੱਥੇ ਨਤਮਸਤਕ ਵੀ ਹੋਏ, ਵੀ ਭੁੱਲਾਂ ਵੀ ਬਖਸ਼ਾਈਆਂ, ਪਰ ਉਹਨਾਂ ਭੁੱਲਾਂ ਦੇ ਵਿੱਚ ਵਿਸਥਾਰ ਨਾਲ ਜ਼ਿਕਰ ਨਹੀਂ ਕੀਤਾ ਕਿ ਸਾਡੇ ਤੋਂ ਭੁੱਲਾਂ ਕਿਹੜੀਆਂ-ਕਿਹੜੀਆਂ ਹੋਈਆਂ ਨੇ। ਪਰ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਚੁੱਕੇ ਗਏ ਇਹਨਾਂ ਸਵਾਲਾਂ ਦੇ ਵਿੱਚ ਕਿੰਨੇ ਸਵਾਲ ਜਾਇਜ਼ ਨੇ, ਔਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਜਾਂ ਇਹਨਾਂ ਦਾ ਕੋਈ ਵਜ਼ੀਰ ਜਾਂ ਸਪੀਕਰ ਸਾਹਿਬ ਕੀ ਜਵਾਬ ਦਿੰਦੇ ਨੇ, ਤੇ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ। ਪਰ ਫਿਲਹਾਲ ਸੁਖਬੀਰ ਸਿੰਘ ਬਾਦਲ ਨੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ।